गुड मॉर्निंग स्टूडेंट्स। आज ਅਸੀਂ ਕਿਰਚੌਫ ਲਾਅ ਕਿਸੇ ਸਰਕਟ ਦੇ ਵਿੱਚ ਕਿੱਦਾਂ ਅਪਲਾਈ ਕਰਨਾ ਹੈ ਤੇ ਉਹਦੇ ਕੀ ਰੂਲਸ ਨੇ, ਕਿਸ ਤਰੀਕੇ ਨਾਲ ਕਿਰਚੌਫ ਲਾਅ ਅਸੀਂ ਕਿਸੇ ਵੀ ਸਰਕਟ ਦੇ ਵਿੱਚ ਸਿੰਪਲ ਤੋਂ ਸਿੰਪਲ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਤਾਂ ਅੱਜ ਅਸੀਂ ਉਹਦੇ ਬਾਰੇ ਕੀ ਹੈ ਸਟੱਡੀ ਕਰਾਂਗੇ। Kirchhoff's law ਜਾਂ ਅਸੀਂ ਕਹਿ ਸਕਦੇ ਹਾਂ Kirchhoff's rule। तो Kirchhoff law जो Kirchhoff rule बेसिकली टू कैटेगरीज ਦੇ ਵਿੱਚ डिवाइड ਕੀਤਾ ਗਿਆ ਹੈ। ਇੱਕ ਤਾਂ ਇਸ ਨੂੰ ਬੋਲਿਆ ਜਾਂਦਾ ਹੈ ਜੰਕਸ਼ਨ ਲਾਅ, जंक्शन law, the junction rule। दूसरे ਨੂੰ ਬੋਲਿਆ ਜਾਂਦਾ ਹੈ closed loop law। जंक्शन law rule है जिहड़ा इसका दूसरा नाम है करंट लॉ और करंट रूल। दिस इज कॉल्ड वोल्टेज रूल, जो वोल्टेज लॉ। कुछ भी जो तो ठीक लगता है लिख सकते। ਜਿਹੜਾ करंट लॉ है ਇਹ ਕੀ ਕਹਿੰਦਾ ਹੈਗਾ ਕਿ ਫॉर एग्जांपल ਸਾਡੇ ਕੋਲ ਦੋ ਵਾਇਰਸ ਨੇ। ਇਸ ਵਾਇਰ ਦੇ ਵਿੱਚੋਂ ਸਪੋਜ਼ ਕੋਈ I1 ਕਰੰਟ ਆ ਰਿਹਾ ਹੈ ਤੇ ਸਪੋਜ਼ ਇਹ I2 ਕਰੰਟ ਆ ਰਿਹਾ। ਇਹ ਕਿਸੇ ਪੁਆਇੰਟ ਤੇ ਕਰੰਟ ਮੀਟ ਕਰ ਰਹੇ ਨੇ, ਮਤਲਬ ਦੋ ਵਾਇਰਸ ਇੱਕ ਪੁਆਇੰਟ ਤੇ ਮੀਟ ਕਰ ਰਹੇ ਨੇ ਜਿਹਨਾਂ ਚ ਕਰੰਟ I1 I2 ਫਲੋ ਕਰ ਰਿਹਾ ਹੈ। ਤੇ ਇਸੇ ਪੁਆਇੰਟ ਤੋਂ ਅਸੀਂ 3 ਡਿਫਰੈਂਟ ਵਾਇਰਸ ਕੰਸੀਡਰ ਕੀਤੀਆਂ। ਇਹਦੇ ਵਿੱਚ ਜਿਹੜਾ ਬੱਚੇ ਕਰੰਟ ਜਾਊਗਾ ਦੈਟ ਇਜ਼ I3, ਇਸ ਵਿੱਚੋਂ ਕਰੰਟ ਜਾਏਗਾ I4, ਇਸ ਵਿੱਚੋਂ ਕਰੰਟ ਜਾਏਗਾ I5। ਜਿਹੜਾ ਪੁਆਇੰਟ ਆ ਬੱਚੇ ਦਿਸ ਪੁਆਇੰਟ ਇਜ਼ ਨੋਨ ਐਜ਼ ਜੰਕਸ਼ਨ। ਦੇਖੋ ਜੰਕਸ਼ਨ ਦਾ ਮਤਲਬ ਹੁੰਦਾ ਹੈ ਇੱਕ ਉਹ ਪੁਆਇੰਟ ਜਿੱਥੋਂ ਡਿਫਰੈਂਟ ਰੂਟਸ ਨਿਕਲਦੇ ਹੋਣ। ਜਿਵੇਂ ਐਗਜ਼ਾਮਪਲ ਤੌਰ ਤੇ ਮੈਂ ਤੁਹਾਨੂੰ ਕਹਾਂ ਜਿਵੇਂ ਬਠਿੰਡਾ ਹੈ, ਬਠਿੰਡਾ ਇਜ਼ ਅ ਜੰਕਸ਼ਨ। ਬਠਿੰਡਾ ਜੰਕਸ਼ਨ ਕਾਹਦਾ ਹੈ? ट्रेन ਦੇ रूट्स ਦਾ है ना। ਬਠਿੰਡਾ ਟੂ ਦਿੱਲੀ रूट निकलता है, ਬਠਿੰਡਾ ਟੂ ਅੰਮ੍ਰਿਤਸਰ रूट ਜਾਂਦਾ ਹੈ, ਬਠਿੰਡਾ ਟੂ ਰਾਜਸਥਾਨ ਨੂੰ रूट ਜਾਂਦਾ ਨਾ। ਤਾਂ ਬਠਿੰਡਾ ਕੀ ਇੱਕ ਜੰਕਸ਼ਨ ਹੈ। ਜੰਕਸ਼ਨ ਇੱਕ ਉਹ ਪੁਆਇੰਟ ਨੂੰ ਅਸੀਂ ਮੰਨਦੇ ਹਾਂ ਜਿਹਦੇ ਚ ਡਿਫਰੈਂਟ रूट्स ਕੀ ਹੈ ਨਿਕਲਦੇ ਆ। ਸਿਮਿਲਰਲੀ ਸਾਡੇ ਕੋਲ ਇੱਕ ਕਰੰਟ ਦੇਖੋ ਦੋ ਵਾਇਰਸ ਦੇ ਵਿੱਚੋਂ ਆ ਰਿਹਾ ਸੀ ਤੇ ਉਹ ਅੱਗੇ ਜਾ ਕੇ 3 ਪਾਰਟਸ ਦੇ ਵਿੱਚ 3 ਵਾਇਰਸ ਦੇ ਡਿਵਾਈਡ ਹੋ ਗਿਆ। ਦੈਟ ਮੀਨਸ ਇਹ ਕੀ ਹੈ ਜੰਕਸ਼ਨ ਹੈ ਜਿੱਥੇ ਜਾ ਕੇ ਕਰੰਟ ਡਿਵਾਈਡ ਹੋਣਾ ਸ਼ੁਰੂ ਹੋ ਗਿਆ। मतलब जिन्ना करंट आया है I1 प्लस I2 उन्ना ही करंट की है बाहर जा रहा। ठीक है, हुण इन्नू असी की है अपने कन्वेंशन के लिए पॉजिटिव डायरेक्शन मन सकते हैं, मतलब पॉजिटिव। आउटवर्ड नू असी की मन लें नेगेटिव। तो इन्हां सारे सामने असी की एक नेगेटिव साइन लगा सकते हैं। ठीक है, इन्हों जो असी लेफ्ट हैंड साइड लेके जाइए I1 प्लस I2 प्लस ये हो गया I3 प्लस I4 प्लस I5। मतलब कितना मतलब सम टोटल सम है जिहड़ा करंट दा वो कितना 0। किस पॉइंट ते जंक्शन, मतलब जंक्शन ते इस पॉइंट ते कोई भी करंट है जिहड़ा स्टोर नहीं होएगा। समीशन I एट जंक्शन इज इक्वल टू 0। इसमें तुसी इदां भी लिख सकते हो कि जिन्ना करंट इस जंक्शन च इन हुंदा है उन्ना ही करंट इस जंक्शन चों आउट। दिस इज कॉल्ड जंक्शन लॉ और करंट लॉ। ठीक है, तो जंक्शन रूल तुसी इहनूं बोल सकते हो। थोड़ा जिहा होर मैं तुहानूं क्लैरीफाई करना। फॉर एग्जांपल मैं तुहानूं कहा कि इस वायर दे विचों 10 एंपीयर करंट आया, इस वायर दे विचों सपोज 5 एंपीयर करंट आ रहा है।
ਤਾਂ ਬੱਚੇ ਕਰੰਟ ਜਿਹੜਾ ਇਨ ਕਰ ਰਿਹਾ ਇਨ ਇਸ ਜੰਕਸ਼ਨ ਦੇ ਵਿੱਚ ਜਾ ਰਿਹਾ ਉਹ ਕਿੰਨਾ 10 + 5 that means 15 ਐਂਪੀਅਰ। ਸਪੋਜ਼ ਇਸ ਤੋਂ ਅਸੀਂ ਇੱਕ ਸਿੰਗਲ ਵਾਇਰ ਕੀ ਹੈ ਇਹਦੇ ਨਾਲ ਅਗਰ ਕਨੈਕਟ ਕਰਦੇ ਤਾਂ ਇਹਦੇ ਵਿੱਚ ਬੱਚੇ ਕਰੰਟ ਕਿੰਨਾ ਜਾਏਗਾ, ਇਹਦੇ ਵਿੱਚ ਜਾਏਗਾ ਕਰੰਟ 10 + 5 that is 15। ਆਊਟਵਰਡ ਕਰੰਟ ਕਿੰਨਾ, ਆਊਟ ਕਰੰਟ ਕਿੰਨਾ ਜੰਕਸ਼ਨ ਚੋਂ ਬਾਹਰ ਕਰੰਟ ਕਿੰਨਾ ਨਿਕਲਿਆ that is 15 ਦੇਖੋ ਜਿੰਨਾ ਕਰੰਟ ਆਇਆ ਉਨਾ ਹੀ ਕਰੰਟ ਬਾਹਰ ਗਿਆ। ਜਿਵੇਂ ਤੁਹਾਨੂੰ ਫੋਰ ਐਗਜ਼ਾਮਪਲ ਦੇ ਰਹਾ ਮੰਨ ਲਓ ਫੋਰ ਐਗਜ਼ਾਮਪਲ ਇੱਥੋਂ ਕੀ 10 ਐਂਪੀਅਰ ਕਰੰਟ ਆਇਆ 5 ਐਂਪੀਅਰ ਕਰੰਟ ਆਇਆ, ਠੀਕ ਹੈ। ਇਸ ਜੰਕਸ਼ਨ ਤੋਂ ਅਸੀਂ ਇਹਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕਰਤਾ। ਦੇਖੋ ਬੱਚੇ ਇਨ ਕਰੰਟ ਹੈ ਮਤਲਬ ਪਿੱਛੋਂ ਕਰੰਟ ਦੀ ਸਪਲਾਈ ਕਿੰਨੀ ਹੈ ਟੋਟਲ ਹੈਗੀ 15 ਐਂਪੀਅਰ। ਤਾਂ ਹੁਣ ਇਸ ਜੰਕਸ਼ਨ ਤੇ ਆ ਕੇ ਕਰੰਟ ਨੇ ਡਿਵਾਈਡ ਹੋਣਾ ਇਨ ਡਿਫਰੈਂਟ ਵਾਇਰਸ। ਉਹ ਡਿਪੈਂਡ ਕਰਦਾ ਇਹਨਾਂ ਵਾਇਰਸ ਦੇ ਰੈਜ਼ਿਸਟੈਂਸ ਤੇ ਕਿਹਦੇ ਵਿੱਚੋਂ ਕਰੰਟ ਜ਼ਿਆਦਾ ਜਾਊਗਾ ਜਾਂ ਕਿਹਦੇ ਵਿੱਚੋਂ ਘੱਟ ਜਾਊਗਾ। ਮੰਨ ਲਓ ਮੈਂ ਤੁਹਾਨੂੰ ਕਹਾ ਕਿ ਜਿਹੜੀ ਆ ਫਸਟ ਵਾਇਰ ਹੈ ਇਹਦੇ ਵਿੱਚੋਂ ਮੰਨ ਲਓ ਫੋਰ ਐਗਜ਼ਾਮਪਲ ਸਪੋਜ਼ ਕਰੋ ਵੀ 7 ਐਂਪੀਅਰ ਕਰੰਟ ਚਲਾ ਗਿਆ, ਠੀਕ ਹੈ। ਤੇ ਜਿਹੜੀ ਆਹ ਸੈਕੰਡ ਵਾਇਰ ਹੈ ਸਪੋਜ਼ ਇਹਦੇ ਵਿੱਚੋਂ ਕਰੰਟ ਕਿੰਨਾ ਆ ਗਿਆ 4 ਐਂਪੀਅਰ। ਤਾਂ 7 + 4 ਕਿੰਨਾ ਹੋ ਗਿਆ 11, ਠੀਕ ਹੈ। ਤਾਂ ਇਹਦਾ ਮਤਲਬ ਇਹ ਸਾਈਡ ਕਿੰਨਾ ਕਰੰਟ ਜਾਊਗਾ that is 4 ਜੋ ਕਰੰਟ ਆਊਟ ਕਿੰਨਾ ਹੈ 15 ਐਂਪੀਅਰ। ਪਰ ਜਿੰਨਾ ਕਰੰਟ ਇਨ ਉਨਾ ਹੀ ਕਰੰਟ ਆਊਟ। ਮਤਲਬ ਜਿਹੜਾ ਜੰਕਸ਼ਨ ਵਾਲਾ ਪੁਆਇੰਟ ਹੈ ਇਹ ਵਾਲਾ ਪੁਆਇੰਟ ਤੇ ਕੋਈ ਵੀ ਕਰੰਟ ਸਟੋਰ ਨਹੀਂ ਹੁੰਦਾ। ਸਮਿਸ਼ਨ ਆਫ ਕਰੰਟ ਇੱਥੇ ਕਿੰਨਾ ਹੈ, ਇੰਨਾ ਸਿੰਪਲ ਰੂਲ ਹੈ, ਠੀਕ ਹੈ ਜੀ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਦੂਸਰਾ ਵੋਲਟੇਜ ਰੂਲ ਜਾਂ ਵੋਲਟੇਜ ਲਾਅ, ਠੀਕ ਹੈ, ਜਾਂ ਇਹਨੂੰ ਕੀ ਬੋਲਦੇ ਆ ਕਲੋਜ਼ਡ ਲੂਪ ਲਾਅ ਬੋਲਦੇ ਆ। ਇਹਦੇ ਵਿੱਚ ਕੀ ਕਿਹਾ ਜਾਂਦਾ ਹੈ ਜਿਹੜਾ ਸਮਿਸ਼ਨ ਆਫ ਪੋਟੈਂਸ਼ੀਅਲ ਹੈ ਚੇਂਜ ਇਨ ਪੋਟੈਂਸ਼ੀਅਲ ਇਜ਼ ਇਕੁਅਲ ਟੂ 0। ਕਲੋਜ਼ ਲੂਪ ਦੇ ਵਿੱਚ ਬੱਚੇ ਜੋ ਟੋਟਲ ਚੇਂਜ ਇਨ ਪੋਟੈਂਸ਼ੀਅਲ ਹੈ ਉਹਦੀ ਵੈਲਿਊ 0। ਇਹ ਮੈਂ ਤੁਹਾਨੂੰ ਸਮਝਾਉਣਾ ਕਿ ਕਿਵੇਂ। फॉर एग्जाम्पल सपोज करो कि एक सेल है, ठीक है। इस जगह ते कोई असी एक रेजिस्टेंस अज्यूम कर लेने, इस जगह ते एक रेजिस्टेंस 4 लगा लेना, ठीक है। फिर एक सेल असी होर इस सेल की EMF सपोज करो E1 है, इधर रेजिस्टेंस R1 है। इस सेल की EMF E2 है ते रेजिस्टेंस R2 है। ते जिहड़ा इन बिटवीन रेजिस्टेंस है इहदा रेजिस्टेंस की R। इहदी कोई नेमिंग कर लेने आपां A B C D E F। इस जंक्शन इस सर्किट दे विच, ठीक है, क्लोज लूप के कंसैप्ट को समझने लिए सानू पहले कुछ साइन कन्वेंशन समझने पैंदे। साइन कन्वेंशन की ने, साइन कन्वेंशन होंदियां ने मतलब अज्यूम करना जो असी नहीं अज्यूम किया असल च जो पहला दा अज्यूम किया होया सी उही मन के चलते हैं उसी साइन कन्वेंशन। तो देखो बच्चे किसी भी सर्किट दे विच एक सानू सैल मिल सकता है ना, हो सकता वो सैल इस तरीके का हो। देखो मान लो जो मैं कहा भी आ पॉइंट ए है, ए पॉइंट बी है ना, तो हो सकता भी जो पॉजिटिव सैल का टर्मिनल है पॉजिटिव वो ए नाल कनैक्टेड होवे ते नेगेटिव बी नाल कनैक्टेड होवे। हो सकता सर्किट दे विच ये भी हो सकता ना कि ए पॉइंट नेगेटिव टर्मिनल अटैच होवे ते जिहड़ा बी पॉइंट आ पॉजिटिव नाल अटैच होवे। सपोज इहदी EMF E है, इहदी भी EMF E है। EMF तो तुहानू बच्चे पता होगा EMF होता मैक्सिमम पोटेंशियल डिफरेंस, मैक्सिमम पोटेंशियल डिफरेंस, ठीक है जी। ओके फिर सानू की है किसी भी सर्किट दे विच एक रेजिस्टेंस मिल सकता है। हुण रेजिस्टेंस मान लो ए इनू ए बी लिख लिया है ना, जां ओह रेजिस्टेंस की है कुछ ऐदा कनेक्टेड हो सकता मान लो ए बी ए ए हो गया, ठीक है। मान लो इहदी जिहड़ी वैल्यू है आर ये भी रेजिस्टेंस है आर। तो हुण जिस सर्किट दे विच भी ये सैल जां जिहड़े रेजिस्टेंसेस ने ये कनैक्टेड होणगे
ਤਾਂ ਉਸ ਸਰਕਟ ਦੇ ਵਿੱਚ ਕਰੰਟ ਫਲੋ ਕਰ ਰਿਹਾ ਹੋਵੇਗਾ, ਹੈ ਨਾ। ਤਾਂ ਮੈਂ ਜਿਹੜੀਆਂ ਫਸਟ 2 ਡਾਇਗਰਾਮਸ ਨੇ ਇਹਦੇ ਵਿੱਚ ਮੈਂ ਅਸਿਊਮ ਕਰਕੇ ਚੱਲ ਰਿਹਾ ਕਿ ਜੋ ਕਰੰਟ ਹੈ ਨਾ, ਕਰੰਟ ਦੀ ਜੋ ਡਾਇਰੈਕਸ਼ਨ ਹੈ ਉਹ ਇਸ ਤਰੀਕੇ ਨਾਲ, मतलब करंट इस तरीके ਨਾਲ ਜਾ ਰਿਹਾ। ਅਸਿਊਮ ਕਰ ਰਹੇ ਵੈਸੇ ਸਰਕਟ ਆਪਾਂ ਨੂੰ ਕੰਪਲੀਟ ਕਰਨਾ ਪਏਗਾ ਫਿਰ ਕਰੰਟ ਫਲੋ ਕਰੇਗਾ, ਬਟ ਅਸੀਂ ਤੁਹਾਨੂੰ ਸਿਰਫ ਸਾਈਨ ਕਨਵੈਨਸ਼ਨਸ ਬਾਰੇ ਸਿਖਾ ਰਹੇ ਹਾਂ। ਤੇ ਜਿਹੜੀ ਆ ਦੂਸਰੀ ਡਾਇਗਰਾਮ ਤੁਹਾਨੂੰ ਦੇਖ ਰਹੇ ਹੋ ਇਹਦੇ ਵਿੱਚ ਸਪੋਜ਼ ਕਰੋ ਵੀ ਕਰੰਟ ਕੀ ਹੈ ਇਸ ਡਾਇਰੈਕਸ਼ਨ ਵੱਲ ਜਾ ਰਿਹਾ, ਠੀਕ ਹੈ। ਫਿਰ ਤੁਸੀਂ ਇੱਕ ਆਪਣੀ ਡਾਇਰੈਕਸ਼ਨ ਅਸਿਊਮ ਕਰਨੀ ਹੁੰਦੀ ਹੈ, ਤੁਸੀਂ ਕੋਈ ਵੀ ਡਾਇਰੈਕਸ਼ਨ ਅਸਿਊਮ ਕਰ ਸਕਦੇ ਹੋ। ਫॉर एग्जांपल ਮੈਂ ਇਸ ਨੂੰ ਬੋਲਦਾ ਲੈਫਟ ਤੇ ਇਸ ਸਾਈਡ ਆਪਣਾ ਕਹਿੰਦਾ ਰਾਈਟ। ਸਪੋਜ਼ ਮੈਂ ਕਿਸੇ ਵੀ ਸਰਕਟ ਦੇ ਵਿੱਚ ਘੁੰਮ ਰਿਹਾ ਫਰੋਮ ਲੈਫਟ ਟੂ ਰਾਈਟ, ਇਹ ਮੇਰੀ ਡਾਇਰੈਕਸ਼ਨ ਹੈ, ਮਾਈ ਡਾਇਰੈਕਸ਼ਨ, ਇਹ ਮੇਰੀ ਡਾਇਰੈਕਸ਼ਨ ਹੈ। ਤੁਸੀਂ ਆਪਣੀ ਕੋਈ ਡਾਇਰੈਕਸ਼ਨ ਚੂਜ਼ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਅਗਰ ਤਾਂ ਬੱਚੇ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੈ, ਅਗਰ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੈ ਤਾਂ ਜੋ ਤੁਸੀਂ ਵੋਲਟੇਜ ਨੂੰ ਲਿਖੋਗੇ, ਮਤਲਬ ਕਿਸੇ ਰੈਜ਼ਿਸਟੈਂਸ ਦੇ ਅਕ੍ਰੋਸ ਵੋਲਟੇਜ ਅਗਰ ਲਿਖੋਗੇ, ਪੋਟੈਂਸ਼ੀਅਲ ਡਿਫਰੈਂਸ ਲਿਖੋਗੇ ਤਾਂ ਉਹਦਾ ਜਿਹੜਾ ਆਨਸਰ ਲਿਖਿਆ ਜਾਏਗਾ ਉਹ ਪੋਜ਼ਿਟਿਵ ਲਿਖਿਆ ਜਾਏਗਾ। ਮੈਂ ਦੱਸਦਾ, ਦੇਖੋ ਜਿਵੇਂ ਤੁਸੀਂ ਇਸ ਡਾਇਗਰਾਮ ਚ ਦੇਖੋ ਕਰੰਟ ਜਾ ਰਿਹਾ ਇਸ ਸਾਈਡ, ਬਟ ਤੁਸੀਂ ਕਿਸੇ ਸਰਕਟ ਦੇ ਵਿੱਚ ਤੁਹਾਡੀ ਡਾਇਰੈਕਸ਼ਨ ਲੈਫਟ ਟੂ ਰਾਈਟ ਹੈ ਵਾਲੀ, ਬਲ ਤੁਸੀਂ ਕਰੰਟ ਦੇ ਆਪੋਜ਼ਿਟ ਚੱਲ ਰਹੇ ਹੋ, ਠੀਕ ਹੈ। ਹੁਣ ਇਹਦੇ ਅਕ੍ਰੋਸ ਅਸੀਂ ਪੋਟੈਂਸ਼ੀਅਲ ਲਿਖਣਾ, ਪੋਟੈਂਸ਼ੀਅਲ ਦਾ ਫਾਰਮੂਲਾ ਕਹਿੰਦਾ I into R, ਤਾਂ ਜਸਟ ਤੁਸੀਂ ਉਹਦੇ ਸਾਈਨ ਅੱਗੇ ਪੋਜ਼ਿਟਿਵ ਲਾਓ, ਜੇ ਨਾ ਵੀ ਲਾਓਗੇ ਤਾਂ ਵੀ ਪੋਜ਼ਿਟਿਵ ਹੈ, ਪਰ ਇੱਥੇ ਪੋਜ਼ਿਟਿਵ ਨੈਗੇਟਿਵ ਅਸੀਂ ਸ਼ੋ ਕਰਨਾ ਤਾਂ ਮੈਂ ਇੱਕ ਤੁਹਾਨੂੰ ਕਰਕੇ ਦਿਖਾ ਰਿਹਾ। ਸਿਮਿਲਰਲੀ AC ਦੀ ਦੂਸਰੀ ਡਾਇਗਰਾਮ ਦੇਖੋ, ਤੁਹਾਡੀ ਡਾਇਰੈਕਸ਼ਨ ਤਾਂ ਇਹ ਵਾਲੀ ਹੈ ਤੇ ਕਰੰਟ ਦੀ ਡਾਇਰੈਕਸ਼ਨ ਵੀ ਸੇਮ ਹੈ, ਤਾਂ ਪੋਟੈਂਸ਼ੀਅਲ ਕੀ ਹੋਏਗਾ IR, ਇਹਦੇ ਅੱਗੇ ਸਾਈਨ ਲਗਾ ਦੋ ਮਾਈਨਸ। ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੈ ਤਾਂ ਪਲੱਸ ਸਾਈਨ ਆਊਗਾ ਪੋਟੈਂਸ਼ੀਅਲ ਦੇ ਅੱਗੇ, ਅਗਰ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਸੇਮ ਹੈ ਤਾਂ ਸਾਈਨ ਆਏਗਾ ਮਾਈਨਸ। ਫਿਰ ਅਗਰ ਤੁਹਾਡੀ ਡਾਇਰੈਕਸ਼ਨ ਜਿਹੜੀ ਵੀ ਤੁਹਾਡੀ ਡਾਇਰੈਕਸ਼ਨ ਹੈ ਉਸ ਡਾਇਰੈਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜੇ ਤੁਹਾਨੂੰ ਪੋਜ਼ਿਟਿਵ ਟਰਮੀਨਲ ਦੇਖਣ ਨੂੰ ਮਿਲਦਾ ਹੈ ਬੈਟਰੀ ਦਾ, ਤਾਂ ਉਹਦਾ ਆਨਸਰ ਬੱਚੇ ਜਿਹੜਾ ਲਿਖਣਾ ਹੈ ਪੋਟੈਂਸ਼ੀਅਲ ਦਾ ਉਹ ਮਾਈਨਸ ਲਿਖਣਾ। EM ਕੀ ਹੁੰਦਾ, ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ। ਦੇਖੋ ਤੁਸੀਂ ਇਸ ਡਾਇਰੈਕਸ਼ਨ ਜਾ ਰਹੇ ਹੋ, ਹੁਣ ਤੁਹਾਨੂੰ ਕੀ ਦਿਖ ਰਿਹਾ ਸਭ ਤੋਂ ਪਹਿਲਾਂ ਨੈਗੇਟਿਵ ਟਰਮੀਨਲ, ਤਾਂ ਇਹ ਪਲੱਸ E ਲਿਖਣਾ। ਆ ਗੱਲਾਂ ਦਾ ਧਿਆਨ ਰੱਖਣਾ, ਸਿੰਪਲ। ਅਗਰ ਤਾਂ ਸਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਸੇਮ ਹੈ ਤਾਂ ਪੋਟੈਂਸ਼ੀਅਲ ਦੇ ਅੱਗੇ ਮਾਈਨਸ ਸਾਈਨ ਲਿਖਣਾ ਹੈ, ਅਗਰ ਸਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੈ ਤਾਂ ਪਲੱਸ ਸਾਈਨ ਲਿਖਣਾ ਹੈ। ਅਗਰ ਸਾਡੀ ਡਾਇਰੈਕਸ਼ਨ ਜਿਸ ਡਾਇਰੈਕਸ਼ਨ 'ਚ ਅਸੀਂ ਮੂਵ ਕਰ ਰਹੇ ਹਾਂ ਸਾਨੂੰ ਪੋਜ਼ਿਟਿਵ ਟਰਮੀਨਲ ਬੈਟਰੀ ਦਾ ਪਹਿਲਾਂ ਦੇਖਣ ਨੂੰ ਮਿਲ ਰਿਹਾ ਤਾਂ ਆਨਸਰ ਮਾਈਨਸ ਲਿਖਣਾ ਹੈ, ਅਗਰ ਤੁਹਾਨੂੰ ਨੈਗੇਟਿਵ ਟਰਮੀਨਲ ਦੇਖਣ ਨੂੰ ਮਿਲ ਰਿਹਾ ਤਾਂ ਆਨਸਰ ਪਲੱਸ ਲਿਖਣਾ। ਹੁਣ ਇਹਦਾ ਰੀਜ਼ਨ ਕੀ ਹੈ, ਮੈਂ ਤੁਹਾਨੂੰ ਰੀਜ਼ਨ ਵੀ ਐਕਸਪਲੇਨ ਕਰ ਸਕਦਾ ਵੀ ਕਾਰਨ ਕੀ ਹੈ ਕਿਉਂ ਇਦਾਂ ਲਿਖਣਾ। ਦੇਖੋ ਜਿਹੜਾ ਸੈੱਲ ਜਾਂ ਬੈਟਰੀ ਹੁੰਦੀ ਬੱਚੇ ਦੇ ਦੋ ਟਰਮੀਨਲਸ ਹੁੰਦੇ ਨੇ, ਇੱਕ ਟਰਮੀਨਲ ਹੁੰਦਾ ਪੋਜ਼ਿਟਿਵ, ਇੱਕ ਹੁੰਦਾ ਨੈਗੇਟਿਵ। ਪੋਜ਼ਿਟਿਵ ਵਾਲੇ ਨੂੰ ਅਸੀਂ ਕੀ ਬੋਲਦੇ ਹਾਂ ਹਾਈ ਪੋਟੈਂਸ਼ੀਅਲ, ਤੇ ਨੈਗੇਟਿਵ ਨੂੰ ਅਸੀਂ ਕੀ ਬੋਲਦੇ ਹਾਂ ਲੋ ਪੋਟੈਂਸ਼ੀਅਲ। ਸਾਨੂੰ ਪਤਾ ਹੈ ਜਿਹੜਾ ਕਰੰਟ ਆ ਉਹ ਹਮੇਸ਼ਾ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ ਫਲੋ ਕਰਦਾ ਹੈ ਨਾ, ਮਤਲਬ ਇਸ ਤਰੀਕੇ ਨਾਲ ਇਸ ਸਾਈਡ ਕਰੰਟ ਜਾਂਦਾ ਹੈ। ਅੱਛਾ ਸਾਡੀ ਡਾਇਰੈਕਸ਼ਨ ਕੀ ਹੈ, ਸਾਡੀ ਡਾਇਰੈਕਸ਼ਨ ਹੈਗੀ ਹੈ ਇਸ ਤੋਂ ਆਪੋਜ਼ਿਟ, ਇਸ ਤੋਂ ਆਪੋਜ਼ਿਟ। ਕਰੰਟ ਤਾਂ ਚੱਲ ਰਿਹਾ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ, ਬਟ ਅਸੀਂ ਇਸ ਤੋਂ ਆਪੋਜ਼ਿਟ ਆ ਰਹੇ ਹਾਂ, ਦੈਟ ਮੀਨਸ ਉਹਦੇ ਵਿੱਚੋਂ ਕੁਛ ਨਾ ਕੁਛ ਵੈਲਿਊ ਹੈ ਜਿਹੜੀ ਪੋਟੈਂਸ਼ੀਅਲ ਦੀ ਉਹ ਕੀ ਹੋ ਰਹੀ ਹੈ ਮਾਈਨਸ। ਇੱਕ ਹਾਈ ਇੱਕ ਲੋ, ਹਾਈ ਤੋਂ ਤੁਸੀਂ ਲੋ ਜਾ ਰਹੇ ਹੋ, ਮਤਲਬ ਤੁਸੀਂ ਇਹ ਸੋਚ ਸਕਦੇ ਹੋ ਕਿ ਤੁਹਾਡਾ ਜਿਹੜਾ ਕੀ ਹੈ ਇਸ ਸਰਕਟ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਹੈ ਉਹ ਡਿਕਰੀਜ਼ ਹੋ ਰਿਹਾ, ਹਾਈ ਟੂ ਲੋ, ਦੈਟ ਮੀਨਸ ਕੀ ਆ ਗਿਆ ਮਾਈਨਸ। ਅਗਰ ਤੁਸੀਂ ਦੇਖੋ ਇਦਾਂ ਦੇਖੋ ਨੈਗੇਟਿਵ ਆ ਪੋਜ਼ਿਟਿਵ, ਤਾਂ ਕਰੰਟ ਆ ਨੈਗੇਟਿਵ ਮਤਲਬ ਲੋ ਪੋਟੈਂਸ਼ੀਅਲ ਹੈ, ਹਾਈ ਪੋਟੈਂਸ਼ੀਅਲ ਕਰੰਟ ਜਾ ਰਿਹਾ ਇਸ ਸਾਈਡ ਤੇ ਤੁਸੀਂ ਵੀ ਇਸ ਡਾਇਰੈਕਸ਼ਨ ਵੱਲ ਜਾ ਰਹੇ ਹੋ, ਮਤਲਬ ਤੁਸੀਂ ਕਿੱਧਰੋਂ ਕਿੱਧਰ ਜਾ ਰਹੇ ਹੋ, ਤੁਸੀਂ ਜਾ ਰਹੇ ਹੋ ਲੋ ਪੋਟੈਂਸ਼ੀਅਲ ਟੂ ਹਾਈ ਪੋਟੈਂਸ਼ੀਅਲ। ਇਹਦਾ ਮਤਲਬ ਪੋਟੈਂਸ਼ੀਅਲ ਐਡ ਹੋਏਗਾ ਪਲੱਸ E ਆ ਗਿਆ, ਸਿੰਪਲ। ਸਿਮਿਲਰਲੀ ਰੈਜ਼ਿਸਟੈਂਸ ਦੇ ਕੇਸ ਦੇ ਵਿੱਚ ਦੇਖਦੇ ਹਾਂ, ਰੈਜ਼ਿਸਟੈਂਸ ਦੇ ਕੇਸ ਦੇ ਵਿੱਚ ਜਿਵੇਂ ਆ ਪੁਆਇੰਟ B ਹੈ ਆ ਪੁਆਇੰਟ A, ਦੇਖੋ ਮੰਨ ਲਓ ਕਰੰਟ ਇਸ ਸਾਈਡ ਜਾ ਰਿਹਾ, ਕਰੰਟ ਅਗਰ ਇਸ ਸਾਈਡ ਜਾ ਰਿਹਾ ਬੱਚੇ ਦਾ ਮਤਲਬ ਕੀ ਹੈ, ਇਹਦਾ ਮਤਲਬ ਇਹ ਜਿਹੜਾ ਪੁਆਇੰਟ ਹੈ ਹਾਈ ਪੋਟੈਂਸ਼ੀਅਲ ਤੇ ਹੈ, ਇਹ ਵਾਲਾ ਜਿਹੜਾ ਪੁਆਇੰਟ ਹੈ ਲੋ ਪੋਟੈਂਸ਼ੀਅਲ ਤੇ। ਹੁਣ ਸਾਡੀ ਡਾਇਰੈਕਸ਼ਨ ਹੈ ਇਹ ਵਾਲੀ, ਕਿੱਧਰੋਂ ਕਿੱਧਰ ਜਾ ਰਹੇ ਹਾਂ ਅਸੀਂ ਹਾਈ ਟੂ ਲੋ ਜਾ ਰਹੇ ਹਾਂ ਨਾ, ਸੌਰੀ ਲੋ ਟੂ ਹਾਈ ਜਾ ਰਹੇ ਹਾਂ, ਦੈਟ ਮੀਨਸ ਪੋਟੈਂਸ਼ੀਅਲ ਇੰਕਰੀਜ਼ ਹੋ ਰਿਹਾ, ਤਾਂ ਪੋਟੈਂਸ਼ੀਅਲ ਅਸੀਂ ਦੇਖੋ IR ਲਿਖਿਆ ਪਲੱਸ ਦਾ। अगर मान लो रेजिस्टेंस है आ पॉइंट B
आ पॉइंट ए, अगर करंट ए टू बी जा रहा है दैट मीनस करंट किधरों जाता हाई पोटेंशियल टू लो पोटेंशियल, ਤੇ ਸਾਡੀ ਡਾਇਰੈਕਸ਼ਨ ਵੀ ਕੀ ਹੈ ਇਹੀ ਸਾਡੀ ਡਾਇਰੈਕਸ਼ਨ ਹੈ दैट मींस ਅਸੀਂ ਹਾਇਰ ਪੋਟੈਂਸ਼ੀਅਲ ਤੋਂ ਲੋ ਜਾ ਰਹੇ ਹਾਂ ਮਤਲਬ ਪੋਟੈਂਸ਼ੀਅਲ ਘਟ ਰਿਹਾ दैट इज हाई। ਇਸ ਤਰੀਕੇ ਨਾਲ ਤੁਸੀਂ ਕੀ ਹੈ ਇਹਦਾ ਰੀਜ਼ਨ ਨੂੰ ਵੀ ਐਕਸਪਲੇਨ ਕਰ ਸਕਦੇ ਹੋ ਬਟ ਜਿਸ ਤਰੀਕੇ ਨਾਲ ਮਤਲਬ ਹਰ ਇੱਕ ਪੁਆਇੰਟ ਤੁਸੀਂ ਦੇਖਣ ਲੱਗੋਗੇ ਫਿਰ ਤੁਹਾਨੂੰ ਕਨਫਿਊਜ਼ਨ ਕ੍ਰੀਏਟ ਹੋਊਗੀ ਇਸ ਲਈ ਤੁਹਾਨੂੰ ਸਿੰਪਲ ਮੈਥਡ ਦੱਸਿਆ ਅਗਰ ਸਾਡੀ ਡਾਇਰੈਕਸ਼ਨ ਮਤਲਬ ਤੁਹਾਡੀ ਡਾਇਰੈਕਸ਼ਨ ਸਰਕਟ ਦੇ ਵਿੱਚ ਤੇ ਕਰੰਟ ਡਾਇਰੈਕਸ਼ਨ ਸੇਮ ਹੈ ਤਾਂ ਪੋਟੈਂਸ਼ੀਅਲ ਦੇ ਕੇ ਸਾਈਨ ਮਾਈਨਸ ਲਾ ਦਿਓ ਅਗਰ ਆਪੋਜ਼ਿਟ ਹੈ ਤਾਂ ਪਲੱਸ ਲਗਾ ਦਿਓ अगर ਤੁਹਾਨੂੰ ਸਭ ਤੋਂ ਪਹਿਲਾਂ ਪੋਜ਼ਿਟਿਵ ਟਰਮੀਨਲ ਸੈੱਲ ਦਾ ਦਿਖਦਾ ਹੈ ਤਾਂ ਆਨਸਰ ਮਾਈਨਸ ਲਿਖ ਦਿਓ ਅਗਰ ਨੈਗੇਟਿਵ ਟਰਮੀਨਲ ਦਿਖਦਾ ਤਾਂ ਪੋਜ਼ਿਟਿਵ ਠੀਕ ਹੈ ਜੀ। ਤਾਂ ਹੁਣ ਅਸੀਂ ਸਿੱਖਦੇ ਹਾਂ ਸਾਈਨ ਕਨਵੈਨਸ਼ਨਸ। ਹੁਣ ਦੇਖੋ ਆਪਾਂ ਇੱਥੇ ਕੀ ਲਿਖਿਆ ਜੀ ਕਿ ਕਲੋਜ਼ਡ ਲੂਪ ਦੇ ਵਿੱਚ ਜਿਹੜਾ ਵੋਲਟੇਜ ਹੈ ਵੋਲਟੇਜ ਜਾਂ ਵੋਲਟੇਜ ਰੂਲ ਹੈ ਜਿਹੜਾ ਉਹਦੇ ਵਿੱਚ ਕੀ ਹੈ ਜਿਹੜਾ ਚੇਂਜ ਇਨ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਜ਼ੀਰੋ ਚੇਂਜ ਇਨ ਪੋਟੈਂਸ਼ੀਅਲ ਡਿਫਰੈਂਸ ਕੀ ਹੈ ਜ਼ੀਰੋ ਹੁੰਦਾ ਮਤਲਬ देयर इज नो चेंज इन पोटेंशियल मतलब ਜਿਹੜੇ ਪੁਆਇੰਟ ਤੁਸੀਂ ਚੱਲੇ ਹੋ ਮਤਲਬ ਫॉर एग्जांपल ਤੁਸੀਂ A ਪੁਆਇੰਟ ਤੇ ਚੱਲੇ ਹੋ ਠੀਕ ਹੈ ਸਰਕਟ ਦੇ ਵਿੱਚ ਕਿਸੇ B ਪੁਆਇੰਟ ਤੇ ਪਹੁੰਚ ਗਏ ਦੁਬਾਰਾ ਫਿਰ ਤੁਸੀਂ B ਤੋਂ A ਆ ਰਹੇ ਹੋ ਤਾਂ ਉਹਦੇ ਵਿਚਕਾਰ ਜਿਹੜਾ ਪੋਟੈਂਸ਼ੀਅਲ ਦਾ ਡਿਫਰੈਂਸ ਹੈ ਕਿੰਨਾ ਹੋਏਗਾ ਜ਼ੀਰੋ। मैं ਤੁਹਾਨੂੰ ਇਸ एग्जांपल से अप्लाई करके